स्टार्ट हो गई है कोई ना हो। हेलो अस्सलाम वालेकुम व्यूवर्स, क्या हाल है? ठीक ठाक हैं। मैंने कहा मैं आज खुद ही वीडियो बनाता हूँ, वो देखें आप सब चले गए हैं। मैंने कहा आप जाएं, मैं खुद अपनी स्टोरी आप खुद बताऊंगा तो आपके साथ शेयर करूंगा, तो आप मेरी स्टोरी सुने और मज़ा करें, इंजॉय करें। ਤੇ ਆਪਣਾ ਜਿਹੜਾ ਨਾ ਮੈਂ ਤੁਹਾਨੂੰ ਆਪਣੀ ਸਟੋਰੀ ਸੁਣਾਉਣਾ ਤੁਰਕੀ ਤੋਂ ਯੂਨਾਨ ਦਾ ਸਫ਼ਰ। ਮੈਂ ਕਿ ਮੈਂ 7 ਟੈਂਕੀਆਂ ਲਾਈਆਂ, ਜਿਹਦੇ ਮੈਂ 1-2 ਟੈਂਕੀ ਤੁਹਾਨੂੰ ਸੁਣਾਵਾਂਗਾ, ਸਹੀ ਹੈ ਕਿ ਨਹੀਂ। ਤੇ ਯੂਨਾਨ ਦੇ ਵਿੱਚ ਦਾਖਲ ਕਰਾਂਗਾ, ਠੀਕ ਹੈ। ਪਹਿਲੀ ਜਿਹੜੀ ਮੈਂ ਟੈਂਕੀ ਲਾਈ ਸੀ ਤੁਰਕੀ ਆਉਣ ਤੋਂ 7 ਮਹੀਨਿਆਂ ਬਾਅਦ ਲਾਈ ਸੀ, ਤੁਰਕੀ ਤੋਂ ਯੂਨਾਨ ਦੀ, ਠੀਕ ਹੈ। ਤੇ ਉਹਦੇ ਵਿੱਚ ਜਿਹੜਾ ਨਾ ਟੈਂਕੀ ਕਿਉਂ ਲਾਈ, ਕਿਸ ਸਿਸਟਮ ਨਾਲ ਲਾਈ, ਕਿਵੇਂ ਜ਼ੇਨ ਬਣਿਆ, ਕੀ ਤਰਤੀਬ ਬਣੀ, आप सब हुने आ जाते हैं तो गलबात करते हैं, आ गए ने जी। अस्सलाम वालेकुम व्यूअर्स, क्या हाल है? ठीक ठाक है, उम्मीद करता हूँ खैरियत से होंगे। अल्हम्दुलिल्लाह मैं भी बिल्कुल ठीक ठाक हूँ। अल्लाह ताला का बड़े एहसान है, अल्लाह ताला आपको भी सदा खुश रखे। तो जनाब आज फिर चांदू भाई हमारे साथ ज्वाइन किया है। चांदू भाई ने मैं तो चांदू भाई से पहले डिस्कशन हुई थी कि जनाब आपका इस्तांबुल कैसा गुजरा, और उसके बाद जनाब आपने यूरोप की टैंकी का किस तरह सोचा और किस तरह आपका जहन बना, और कैसे आपने जो था वो तुर्की से यूरोप का सफ़र शुरू किया। तो चांदू भाई से स्टार्ट करते हैं। जी चांदू भाई अस्सलाम वालेकुम, क्या हाल है? वालेकुम अस्सलाम, आप सब क्या हाल है? ठीक ठाक? हाँ अल्हम्दुलिल्लाह मैं भी ठीक हूँ, आप सुनाएं कैसे हैं? सब ठीक ठाक। व्यूअर्स काफी आपको वेट कर रहे थे कि चांदू भाई के पार्ट्स नहीं आ रहे हैं, आप चांदू भाई के पार्ट्स हमारे साथ शेयर नहीं कर रहे यार ਹੁਣ ਅੱਜ ਤੋਂ ਬਾਅਦ ਤੁਹਾਡੇ ਨਾਲ ਹਰ ਵੀਡੀਓ ਸ਼ੇਅਰ ਹੋਵੇਗੀ ਤੇ ਮੈਂ ਆਪਣੀ ਸਟੋਰੀ ਹੁਣ ਬਕਾਇਦਗੀ ਦੇ ਨਾਲ ਜਿਹੜਾ ਨਾ स्टेप बाय स्टेप अपना स्टोरी सुनाता जी। तो जाऊँ। चांदू भाई से अभी डिस्कशन करते हैं कि इन्होंने तुर्की से कितनी ट्राई लगाई यूनान के लिए और ये कब यूनान पहुंचे, तो इस बारे में चांदू भाई से डिस्कशन करते हैं जनाब। तो जी चांदू भाई आप हमें आपका कैसे ज़हन बना तुर्की से यूनान जाने के लिए? ਯਾਰ ਤੁਰਕੀ ਦੇ ਵਿੱਚ ਤੁਹਾਨੂੰ ਪਤਾ ਕੰਮ ਸ਼ਾਮ ਕਰੀਦਾ ਇਹ, ਉੱਤੇ ਤੋਪਲੇ ਦਾ ਜੇ ਕੀਤਾ ਕੀਤਾ, ਨਹੀਂ ਕੀਤਾ ਨਾ ਕੀਤਾ, ਕਿਉਂਕਿ ਤੇ ਤੋਪਲੇ ਦਾ ਕੰਮ ਬਹੁਤ ਮੁਸ਼ਕਲ ਹੁੰਦਾ ਹੈ। अच्छा। ਤੇ ਇਸ ਵਜ੍ਹਾ ਤੋਂ ਜਿਹੜਾ ਨਾ ਤੋਪਲੇ ਦਾ ਕੰਮ ਛੱਡਿਆ, ਨਹੀਂ ਕੋਈ ਰਾਸ ਹੁੰਦਾ, ਨਹੀਂ ਕੋਈ ਪੈਸੇ ਜਾਏ ਕੋਈ ਨਹੀਂ ਹਨ। ਤੇ ਆਪ ਸਾਹਿਬ ਆਪਣਾ ਭੁੱਖ ਪੈ ਗਈ, ਜਿਹਨੂੰ ਭੁੱਖਾ ਨੰਗਾ ਹੋ ਗਿਆ, ਭੁੱਖ ਪੈ ਗਈ, ਉਹ ਹਿਸਾਬ ਹੋ ਗਿਆ। ਭੁੱਖ ਪੈ ਗਈ, ਨਾ ਕੋਈ ਪੈਸਾ, ਨਾ ਕੋਈ ਹਿਸਾਬ, ਨਾ ਕਿਤਾਬ, ਨਾ ਕਿਸੇ ਪਾਸੇ, ਨਾ ਘਰ ਡੈਸ਼ ਦਾ ਕਿਰਾਇਆ ਦੇਣ ਜੋਗੇ। ਫਿਰ ਉਥੋਂ ਤੜਲਾ ਛੱਲਾ ਪਾ ਕੇ ਕਦੀ ਕਿਸੇ ਮਾਲਕ ਕੋ 150 ਲੈ ਕੇ, ਕਦੀ ਕਿਤੋਂ ਲੈ ਕੇ ਤੇ ਤਰਤੀਬ ਕਰ ਲੈਣੀ। अच्छा। ਤੇ ਆਪਣਾ ਕਿਰਾਇਆ ਸ਼ਰਾਇਆ ਦੇਣਾ, ਉੱਥੇ ਵਕਤ ਕੱਢਣਾ, ਕਿਉਂਕਿ ਉੱਥੇ 250 ਰੁਪਇਆ ਬੱਜਾ ਮਹੀਨਾ ਦਿਓ, ਰੋਟੀ ਤੁਹਾਨੂੰ ਲੱਭੇਗੀ, ਕੰਮ ਤੇ ਜਾਓ ਨਾ ਜਾਓ ਤੁਹਾਨੂੰ ਤੇ ਰਾਤ ਦੀ ਰੋਟੀ 250 ਜਨਾਬ ਤੁਹਾਡਾ ਰੈਸ਼ਨ ਦਾ ਕਿਰਾਇਆ ਤੇ ਖਾਣ ਪੀਣ ਦਾ ਜਿਹੜਾ 250 ਲੀਰਾ ਪੇ ਕਰਨਾ ਹੈ ਤੁਸੀਂ ਤੁਰਕੀ ਦੇ ਵਿੱਚ ਰਹਿ ਕੇ। ਅਗਰ ਤੁਸੀਂ ਘਰੋਂ ਮੰਗਵਾ ਕੇ ਦੇਣੇ ਜਾਂ ਖੁਦ ਕੰਮ ਕਰਕੇ ਦੇਣਾ 300 ਵੱਧ ਗਿਆ, 350 ਹੋ ਗਿਆ, 300 ਜਾਂ 350 ਹੋਣ, ਮਤਲਬ ਕਿ ਲੀਰੇ ਦਾ ਰੇਟ ਵੀ ਘਟ ਗਿਆ। ਤੇ ਬਾਕੀ ਇਹਨੇ ਤੁਸੀਂ ਦੇਣੇ ਹੀ ਦੇਣੇ ਨੇ, ਅਗਰ ਕੰਮ ਨਹੀਂ ਕਰਦੇ ਨਾ ਕਰੋ। ਔਰ ਤੁਰਕੀ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਜਿਹੜਾ ਤੋਪਲੇ ਦਾ ਹੁੰਦਾ, ਦਰਜ਼ੀਆਂ ਵਾਲਾ ਕੰਮ ਹੈ। ਹਰ ਬੰਦਾ ਉਹ ਕਰ ਵੀ ਨਹੀਂ ਸਕਦਾ, ਫੈਕਟਰੀਆਂ 'ਚ ਕੰਮ ਘੱਟ ਹੀ ਮਿਲਦਾ ਤੇ हर बंदे का फिर यही होता है कि जनाब असी अगे यूरोप निकलने। चंदू भाई आपका कैसे दिल किया कि आप तुर्की को छोड़ के यूनान का सफर शुरू करें? किसने आपको कहा? मैं ਤੁਹਾਨੂੰ ਦੱਸਣੇ ਭੁੱਖ ਦੀ ਵਜ੍ਹਾ ਤੋਂ ਹਰ ਬੰਦਾ ਜਿਹੜਾ ਹੈ ਨਾ ਨਿਕਲਦਾ, ਘਰੋਂ ਨਿਕਲਦਾ ਜਾਂ ਅੱਗੇ ਕਿਸੇ ਪਾਸੇ ਜਾਂਦਾ, ਭੁੱਖ ਦੀ ਵਜ੍ਹਾ ਤੋਂ ਨਿਜ਼ਾਮ ਨਹੀਂ ਚੱਲਦਾ। ਅੱਛਾ। ਤੇ ਇਸ ਵਜ੍ਹਾ ਤੋਂ ਫਿਰ ਉੱਥੇ ਬੈਠਿਆਂ ਸਲਾਹ ਬਣੀ। ਅੱਛਾ। ਮੇਰੇ ਨਾਲ ਮੁੰਡੇ ਹਨ ਉੱਥੋਂ ਦੇ ਪਸਰੋੜ ਦੇ। ਅੱਛਾ। 4 ਜਣੇ ਹਨ ਤੇ 5ਵਾਂ ਮੈਂ ਹਾਂ, ਇੱਕ ਉਹਨਾਂ ਦਾ ਯਾਰ ਹੀ 6, ਉਹੀ ਰਾਵਲਪਿੰਡੀ ਦਾ ਮੈਨੂੰ ਯਾਦ ਆ ਗਿਆ। ਅੱਛਾ। ਰਾਵਲਪਿੰਡੀ ਦੇ 6 ਜਣੇ ਹੋ ਗਏ ਤੇ 2 ਡੈਂਕਰ ਉਹਨਾਂ ਨੂੰ। ਫਿਰ ਆਹ ਫੋਨ ਕੀਤਾ ਡੈਂਕਰ ਨੂੰ, ਉਹਦਾ ਵਾਕਫ ਸੀਗਾ। ਹੁਣ ਫੋਨ ਮਾਰਿਆ ਕਿ ਭਾਜੀ ਹਾਂ ਇੰਜੇ ਜਾਣਾ ਹੈ ਤੇ ਤੁਸੀਂ ਸਾਨੂੰ ਛੱਡੋ। ਅੱਗੇ ਵੀ ਬੰਦੇ ਛੱਡੇ ਛੱਡ ਕੇ ਹੁੰਦਾ ਸੀ ਨਾ, ਤੇ ਉਹਦੇ ਨਾਲ ਸਲਾਹ ਬਣੀ ਕਿੰਨੇ ਪੈਸੇ ਲਵੋਗੇ। 500 ਨੇ ਮੰਗਿਆ। ਫਿਰ ਉਹ ਹਿਸਾਬ ਕਿਤਾਬ ਕਰਦਿਆਂ 250 ਤੇ ਗੱਲ ਮੁੱਕ ਗਈ। ਸਹੀ ਹੋ ਗਿਆ। 250 ਯੂਰੋ ਫੀ ਬੰਦੇ ਦਾ, ਬਸ ਨਹਿਰ ਪਾਰ ਕਰਾ ਕੇ ਪਿੰਡ ਦੇ ਵਿੱਚ ਵਾੜਨਾ। ਬਸ ਨਹਿਰ ਦੇ ਉੱਤੇ ਪਿੰਡ ਆਉਂਦਾ, ਉਹ ਫੈਰਸ ਚੌਂਕੀ ਜਿਹਨੂੰ ਕਹਿੰਦੇ। ਹਾਂ ਬਿਲਕੁਲ ਫੈਰਸ ਚੌਂਕੀ ਹੁੰਦੀ ਹੈ ਨਹਿਰੋਂ ਪਾਰ, ਉਥੋਂ ਉਹਦੇ ਨਾਲ ਛੋਟਾ ਜਿਹਾ ਪਿੰਡ ਹੈ, ਉੱਥੇ ਵਾੜਨਾ। ਫਿਰ ਉਸ ਤੋਂ ਬਾਅਦ ਉਹਦਾ ਸਾਡਾ ਤਲਕ ਖਤਮ। 250 ਯੂਰੋ ਅਸੀਂ ਉਹਨੂੰ ਉਸੇ ਟਾਈਮ ਦੇ ਛੱਡਣਾ। ਅੱਛਾ। ਪਹਿਲਾਂ ਦੇਣਾ ਘਰੋਂ, ਫੇਰ ਨਿਕਲਣਾ। ਨਹਿਰੋਂ ਪਾਰ ਫੜੇ ਜਾਓ ਨਾ ਫੜੇ ਜਾਓ, ਤੁਹਾਡੇ ਪੈਸੇ ਖਤਮ। ਅੱਛਾ। ਉਹਦਾ ਕੰਮ ਹੈ ਬਾਅਦ ਨਹਿਰੋਂ ਪਾਰ ਇੱਕ ਵਾਰੀ ਯੂਨਾਨ 'ਚ ਦਾਖਲ ਕਰਨਾ, ਤੇ ਅੱਗੋਂ ਤੁਹਾਡੀ ਮਰਜ਼ੀ ਲਾਣੀ ਨਹੀਂ ਲਾਣੀ ਟੈਂਕੀ, ਉਹ ਤੁਹਾਡੀ ਮਰਜ਼ੀ। ਲੋ ਜੀ ਸਾਹਿਬ ਭਾਈ ਬੈਠੇ, ਸਲਾਹ ਸਲੂਹ ਬਣੀ ਤੇ ਉਹਨੇ ਨਾ ਸਾਡੀ ਡੀਲ ਪੱਕੀ ਹੋ ਗਈ। ਅੱਛਾ। ਉਹਨੇ ਕਿਹਾ ਜੀ ਤੁਸੀਂ ਆਪਣੇ ਇੰਨੇ ਪੈਸੇ ਲੈ ਕੇ 6 ਬੰਦਿਆਂ 250 ਰੁਪਇਆ ਇੱਕ ਵੀ ਬੰਦੇ ਦਾ, ਤੇ ਇੰਨੇ ਪੈਸੇ ਲੈ ਕੇ ਮੇਰੇ ਘਰ ਆ ਜਾਓ, ਫਲਾਣੀ ਜਗ੍ਹਾ ਰਹਿਸ਼ ਬਾਜੂਲਰ ਮੇਰਾ ਖਿਆਲ ਗਏ ਹਾਂ ਜਾਂ ਅਕਸਰਾਏ ਗਏ ਸੀ। ਅੱਛਾ। ਅਕਸਰਾਏ ਗਏ ਹਾਂ ਤੇ ਉੱਥੇ ਉਹਦੇ ਨਾਲ ਪੈਸੇ ਸ਼ਾਇਦ ਦਿੱਤੇ, ਡੀਲ ਡੂਲ ਡਨ ਕੀਤੀ, ਆਪਣਾ ਨਿਜ਼ਾਮ ਤਰਤੀਬ ਕੀਤਾ। ਤੇ ਉਸ ਤੋਂ ਬਾਅਦ ਆਪ ਸਾਹਿਬ ਉਸ ਤੋਂ ਅਗਲੇ ਦਿਨ ਹੀ ਉਹਨੇ ਫਿਰ ਸਾਡੀ ਗੇਮ ਕੱਢੀ। ਬੱਸ ਦੀ ਉਹਨੇ ਟਿਕਟਾਂ ਲਈਆਂ, ਪਤਾ ਨਹੀਂ ਕਿਵੇਂ ਲਈਆਂ ਹਾਂ, ਕਿਉਂਕਿ ਸਾਡੇ ਕੋਲ ਨਾ ਸਟੇ ਹੀ ਨਾ ਕੋਈ ਸ਼ਹਿਰ ਸੀ। ਅੱਛਾ। ਤੇ ਤੁਰਕੀ ਆਉਣ ਤੋਂ 7 ਮਹੀਨਿਆਂ ਬਾਅਦ ਮੈਂ ਗੇਮ ਲਾਈ ਪਹਿਲੀ। ਅੱਛਾ। ਤੇ ਉਦੋਂ ਆਪਣਾ ਟੈਕਸ ਉਹਨੇ ਗੱਡੀ ਦੀਆਂ ਟਿਕਟਾਂ ਲਈਆਂ, ਅਸੀਂ ਤੁਰ ਗਏ।
ਬੈਗ ਦੇ ਵਿੱਚ ਸਮਾਨ ਸਮੂਨ ਪਾਇਆ, ਕੋਈ ਯੂਰੋ ਆਪਣੀ ਜੇਬ 'ਚ ਪਾਏ 100 50 ਇਕੱਠੇ ਕੁੱਠੇ ਕਰਕੇ ਨਾ ਮੁੰਡਿਆਂ ਕੋ ਹਾਂ ਧਾਰੇ ਦੂੜੇ ਚੁੱਕ ਕੇ 100 ਯੂਰੋ 50 ਯੂਰੋ ਕਿਸੇ ਕੋ 20 ਯੂਰੋ ਜੇਬ ਦੇ ਵਿੱਚ ਆਪਣਾ ਖਰਚਾ ਪਾਣੀ ਕਿ ਯਾਰ ਕਿਸੇ ਵੇਲੇ ਵੀ ਕੋਈ ਵੱਖਰਾ ਹੋਣਾ ਪੈ ਜਾਏ ਜਾਂ ਕਿਤੇ ਪੁਲਿਸ ਪੈ ਜਾਏ, ਫੌਜੀ ਪੈ ਜਾਣ, ਕਿਸੇ ਪਿੰਡ 'ਚ ਬੰਦਾ ਵੱਖਰਾ ਹੋ ਜਾਂਦਾ, ਜੰਗਲ 'ਚ ਹੋ ਜਾਂਦਾ, ਤੇ ਚਲੋ ਪੈਸੇ ਕਿਸੇ ਪਾਸੇ ਕੰਮ ਆ ਜਾਣ। ਬਿਲਕੁਲ। ਤੇ ਇਸ ਵਜ੍ਹਾ ਤੋਂ ਆਪਣੇ ਕੋਲ ਰੱਖਣੇ ਹੁੰਦੇ ਨੇ 100 50 ਯੂਰੋ ਲਾਜ਼ਮ ਹੁੰਦਾ ਕੋਲ, ਹਰ ਬੰਦਾ ਲੈ ਕੇ ਨਿਕਲਦਾ। ਹਾਂ ਤੇ ਉਸ ਤੋਂ ਬਾਅਦ ਹਾਂ ਗੇਮ ਕੀਤੀ, ਅਸੀਂ ਚਲੇ ਗਏ ਨਹਿਰ ਤੇ। ਲੇਕਿਨ ਨਹਿਰ ਤੋਂ ਪਿੱਛੇ ਨਾ ਬੱਸ ਨੇ ਸਾਨੂੰ ਲਾਇਆ ਸੀ, ਵਾਹਵਾ ਪਿੱਛੇ ਲਾਇਆ ਸੀ, ਕਿਉਂਕਿ ਲੋਕਲ ਬੱਸ ਸੀ ਪਿੰਡਾਂ ਦੇ ਵਿੱਚ ਜਾਂਦੀ ਸੀ ਇਸਤੰਬੁਲ ਚੋਂ ਨਿਕਲ ਕੇ ਨਾ ਨਹਿਰ ਤੇ ਜਿਹੜੇ ਪਿੰਡ ਹਨ ਉੱਥੇ ਜਾਂਦੀ ਸੀ, ਤੇ ਪਿੰਡ ਤੋਂ ਪਿੱਛੇ ਉਹਨੇ ਲਾਇਆ। ਫਿਰ ਉੱਥੋਂ ਟੈਕਸੀ ਉਹਦੀ ਆਈ ਜਿਹਦੇ ਨਾਲ ਗਏ ਹਾਂ। ਰਾਤ ਦਾ ਟਾਈਮ ਹੀ ਕੋਈ 11 ਦਾ ਹੀ 10 11 ਦੇ ਦਰਮਿਆਨ ਅਸੀਂ ਉੱਥੇ ਪਹੁੰਚੇ, 4-5 ਘੰਟੇ ਸਫ਼ਰ ਕਰਕੇ। ਤੇ ਆਪ ਸਭ ਅਸੀਂ ਉੱਥੇ ਜਦੋਂ ਪਹੁੰਚੇ ਤੇ ਗੱਡੀ 'ਚ ਉਤਰੇ। ਫਿਰ ਉਹਨਾਂ ਇੱਕ ਟੈਕਸੀ ਵਾਲਾ ਜਿਹੜਾ ਸਾਨੂੰ ਲੈ ਕੇ ਗਿਆ, ਉਹਨੇ ਸਾਨੂੰ ਨਹਿਰ ਤੋਂ ਘੰਟਾ ਪਿੱਛੇ ਲਾਇਆ, ਘੰਟਾ ਪੌਣਾ ਘੰਟਾ ਨੇ ਪਿੱਛੇ ਲਾ ਛੜਿਆ। ਤੇ ਉਸ ਦੌਰਾਨ ਫਿਰ ਉਹਨੇ ਗੱਡੀ ਦੇ ਵਿੱਚੋਂ ਸਾਨੂੰ ਬੋਰਡ ਵੀ ਕੱਢ ਕੇ ਦਿੱਤੀ, ਕਿਉਂਕਿ ਨਹਿਰ ਤੁਰਕੀ ਤੇ ਯੂਨਾਨ ਦੇ ਵਿੱਚ ਬਿਲਕੁਲ ਨਹਿਰ ਹੈ। ਉਹ ਨਹਿਰ ਹੀ ਪਾਰ ਕਰੋ ਤੇ ਤੁਸੀਂ ਯੂਨਾਨ ਵੜ ਗਏ, ਜੇ ਉਡਾਓ ਤੇ ਤੁਰਕੀ ਵੜ ਗਏ। ਇੰਨਾ ਹੀ ਫਰਕ ਹੁੰਦਾ ਬਸ, ਹੋਰ ਕੋਈ ਉੱਥੇ ਬਾਰਡਰ ਨਹੀਂ, ਕੋਈ ਤਾਰਾਂ ਨਹੀਂ। ਹਾਂ ਲੇਕਿਨ ਤਾਰਾਂ ਲੱਗੀਆਂ, ਲੇਕਿਨ ਦੂਸਰੀ ਸਾਈਡ ਤੇ ਲੱਗੀਆਂ ਹੈ ਨੇ, ਲੇਕਿਨ ਜੋ ਨਹਿਰ ਵਾਲੀ ਸਾਈਡ ਤੇ ਕੋਈ ਤਾਰ ਨਹੀਂ, ਕੋਈ ਚੱਕਰ ਨਹੀਂ। ਨਹਿਰ ਤੋਂ ਪਾਰ ਕਰ ਲਈ ਤੇ ਤੁਸੀਂ ਯੂਨਾਨ ਵੜ ਗਏ। ਅੱਛਾ ਆਹਾਂ ਉਹ ਬੋਰਡ ਵੀ ਚੁੱਕਣੀ ਹੁੰਦੀ ਵਾਰੀ ਹਾਂ ਉਹ ਬੋਰਡ ਚੁੱਕੀ 30-35 ਕਿਲੋ ਵਜ਼ਨ ਹੁੰਦਾ ਬੋਰਡ ਦਾ ਵੀ। ਬਿਲਕੁਲ। ਉਹ ਵਾਰੀ ਫਿਰ ਹਾਂ ਬੋਰਡ ਚੁੱਕੀ, ਰਾਤ ਦੇ ਕੋਈ 12-1 ਵਜੇ ਨਾਲ ਹੀ ਚੁੱਕ ਕੇ ਤੇ ਆਪਣਾ ਉੱਥੇ ਪਹੁੰਚੇ। ਖੱਜਲ ਖੁੱਜਲ ਹੁੰਦੇ ਤੇ ਉੱਥੇ ਫੌਜ ਵੀ, ਜੰਦਰਮਾ, ਪੁਲਿਸ ਉੱਥੇ ਸਭ ਫਿਰਦੀਆਂ ਹੁੰਦੀਆਂ ਨੇ ਉਸ ਜਗ੍ਹਾ ਤੇ। ਉਹਨਾਂ ਨੂੰ ਪਤਾ ਹੁੰਦਾ ਖਾਰਜੀ ਬੰਦੇ ਆ ਫਿਰਦੇ ਤੁਰਦੇ ਨੇ, ਨਾ ਜਾਣਾ ਅਗਲੇ ਪਾਸੇ ਯੂਨਾਨ ਨਾਲ ਨੂੰ ਜਾਂਦੇ ਨੇ। ਅੱਛਾ। ਉਹ ਫੌਜੀ ਵੀ ਉੱਥੇ ਫੜਨ ਵਾਸਤੇ ਜਿਹੜਾ ਨਾ ਉੱਥੇ ਫਿਰਦੇ ਹੁੰਦੇ ਨੇ, ਬੜੀਆਂ ਗੇਮਾਂ ਫੜੀਆਂ ਵੀ ਜਾਂਦੀਆਂ। ਬਿਲਕੁਲ ਇਸ ਤਰ੍ਹਾਂ। ਤੇ ਅਸੀਂ ਉੱਥੇ ਨਹਿਰ ਪਾਰ ਕੀਤੀ। ਨਹਿਰ ਤੇ ਜਦੋਂ ਗਏ ਆ ਜਾ ਕੇ ਉੱਥੇ ਬਾਦਸ਼ਾਹ ਭਰੀ, ਤੇ ਫਿਰ ਅੱਧਾ ਪੌਣਾ ਘੰਟਾ ਹੀ ਉੱਥੇ ਬੈਠੇ ਰਹੇ, ਕਿਉਂਕਿ ਉੱਥੇ ਫੌਜੀ ਵੀ ਫਿਰਦੇ ਹਨ। ਫਿਰ ਕੁਝ ਆਈਏ ਟਾਈਮ ਨਹੀਂ ਸੀਗਾ, 2 ਵਜੇ ਤੋਂ ਬਾਅਦ ਜਿਹੜਾ ਨਾ ਨਹਿਰ ਪਾਰ ਕਰਦੇ ਨੇ ਜ਼ਿਆਦਾਤਰ। ਤੇ ਅਸੀਂ 2 ਵਜੇ ਦਾ ਇੰਤਜ਼ਾਰ ਪਏ ਕਰਨੇ ਹਾਂ। ਤੇ ਉਨੀ ਚਿਰ ਦੇ ਵਿੱਚ ਕੁੱਤੇ ਭੌਂਕਦੇ, ਮੋਟਰਸਾਈਕਲਾਂ ਦੀਆਂ ਆਵਾਜ਼ਾਂ ਹੁੰਦੀਆਂ ਹਨ। ਫਿਰ ਉਤੋਂ ਕੁਝ ਹੈਲੀਕਾਪਟਰ ਪਏ, ਰਾਤ ਦੇ ਟਾਈਮ ਲਾਈਟਾਂ ਵੱਜਦੀਆਂ ਹਨ। ਲੇਕਿਨ ਅਸੀਂ ਉੱਥੇ ਬੈਠੇ ਰਹੇ ਹਾਂ। ਤੇ ਉਸ ਤੋਂ ਬਾਅਦ ਜਦੋਂ ਕੋਈ ਰਾਤ ਦੇ ਕੋਈ 2 ਵਜੇ ਨੇ, 2 ਵਜੇ ਤੋਂ ਬਾਅਦ ਆਪਣਾ ਸਫ਼ਰ ਸ਼ੁਰੂ ਕੀਤਾ। ਅੱਲਾ ਖੈਰ ਰੱਖੇ, ਭਰੀ ਬਾਦਸ਼ਾਹ ਟੂਪ 'ਚ, ਤੇ ਆਪਣਾ ਟੂਬ ਸੁੱਟੀ, ਅੱਲਾ ਦਾ ਨਾਂ ਲਾਇਆ ਕਿ 2:30 ਵਜੇ ਨਾਲ। ਬੋਰਡ ਸੀ 12 ਮੀਟਰੀ ਬੋਰਡ ਸੀ, 12 ਮੀਟਰੀ ਬੋਰਡ ਕਿ 6 ਮੀਟਰੀ ਸੀ? 12 ਮੀਟਰੀ ਵੱਡੀ ਬੋਰਡ। ਅੱਛਾ। ਫੁੱਲ ਸਾਈਜ਼ ਦੀ ਉਹਨੇ ਲਈ ਸੀ, ਲੇਕਿਨ ਉਹ ਨਵੀਂ ਨਹੀਂ, ਉਹ ਪਹਿਲਾਂ ਹੀ ਪਤਾ ਨਹੀਂ ਕਿਤੋਂ ਯੂਜ਼ ਹੋਈ ਸੀ। ਗੰਦ ਛੰਦ ਲੱਗਾ ਸੀ ਸਾਰਾ, ਇਹ ਤੋਂ ਪਹਿਲਾਂ ਹੀ ਆਈ ਸੀ, ਤੋੜੇ ਦੇ ਵਿੱਚ ਬੰਦ ਕਰਕੇ। ਜੇ ਨਵੀਂ ਹੁੰਦੀ ਨਾ ਛਾਪਰ ਦੇ ਵਿੱਚ ਪੈਕ ਹੋਈ ਹੁੰਦੀ ਹੈ। ਹਾਂ। ਤੇ ਜਿਹੜੀ ਯੂਜ਼ ਹੋਈ ਹੁੰਦੀ ਉਹ ਤੋੜੇ ਚ ਉਹਦੀ ਆਪਣੀ ਸੀ, ਉਹ ਜਿਹੜਾ ਤੁਰਕਾ ਪਤਾ ਨਹੀਂ ਉਹਨੇ ਕਿਤੋਂ ਲਈ, ਤੁਰਕਾ ਸੀ, ਕੌਣ ਸੀ, ਬਾਬਾ ਜੀ ਆਏ ਤੇ ਲੈ ਗਿਆ, ਇਹ ਨਹੀਂ ਪਤਾ ਕਿਵੇਂ ਉਹਨੇ ਕੀਤਾ। ਤੇ ਅਸੀਂ ਜੂੰ ਉਹਦੇ ਵਿੱਚ ਬੈਠੇ। ਅੱਛਾ। ਤੁਰ ਪਈ, ਉਹ ਚੱਪੂ ਪੇ ਮਾਰਦਾ ਸੀ ਇੱਕ ਜਣਾ, ਤੇ ਰਾਤ ਦਾ ਟਾਈਮ ਸੀਗਾ ਨਹਿਰ ਦੇ ਵਿੱਚ। ਤੇ ਚੂੰ ਕੰਡੇ ਨਾਲ ਲੱਗੀ ਹੈ ਨਾ ਸਾਹਿਬ, ਅੱਗੇ ਟਾਣੀ ਵੱਜੀ, ਬੋੜ ਪਾੜ ਗਈ। ਓਏ ਹੋਏ ਹੋਏ। ਆ ਲੈ ਕੰਡੇ ਤੋਂ ਮੈਂ ਕਿ ਆ ਕੋਈ ਹੋਣਾ ਕੋਈ 10 ਕਿਲੋਮੀਟਰ ਦਾ ਨਾ ਫਾਸਲਾ, 10 ਕਿਲੋਮੀਟਰ 10 ਮੀਟਰ ਦਾ ਫਾਸਲਾ ਆਈ, ਤੇ ਉੱਥੇ ਜਾ ਉਹਨੂੰ ਕੰਡੇ ਨੂੰ ਵੱਜੀ। ਉਹ ਟੂਬ ਪਾਟ ਗਈ, ਵਾਹ ਨਿਕਲਣ ਲੱਗ ਪਈ ਤੇਜ਼ੋ ਤੇਜ਼। ਉਹ ਟੂਬ ਬਹਿੰਦੀ ਜਾਂਦੀ ਸੀ ਨਹਿਰ ਦੇ ਵਿੱਚੋਂ। ਨਹਿਰ ਬੜੀ ਡੂੰਘੀ ਹੈ, ਤੁਹਾਨੂੰ ਪਤਾ ਹੀ ਹੈ। ਬਿਲਕੁਲ ਇਸ ਤਰ੍ਹਾਂ ਹੀ। ਉਹ ਫਿਰ ਉੱਥੋਂ ਹੀ ਛਾਲਾਂ ਮਾਰ ਕੇ ਇੰਨਾ ਪਾਣੀ ਦੇ ਵਿੱਚੋਂ ਦੀ ਉਹ ਹੱਥ ਛੱਤ ਮਾਰ ਕੇ ਫਿਰ ਕਿਨਾਰੇ ਨਾਲ ਲੱਗੇ, ਟੂਬ ਕੱਢੀ। ਟੂਬ ਉਂਝ ਹੀ ਕੱਢ ਕੇ ਫਿਰ ਉਹ ਵਲੇਟ ਲੋੜ ਕੇ ਨਾ ਵਾਹ ਬੂਝ ਅੱਗੇ ਨਿਕਲ ਗਈ ਸੀ ਸਾਰੀ, ਵਲੇਟ ਕੇ ਰੱਸੀ ਮਾਰ ਕੇ ਤੇ ਪਰਾਂ ਸੁੱਟ ਛੜੀ, ਉਹਦੇ ਵਿੱਚ ਨਹਿਰ ਦੇ ਨਾਲ ਹੀ ਲਮਕਾ ਛੜੀ। ਅੱਛਾ। ਸੁੱਟ ਛੜੀ। ਰਾਤ ਦਾ ਟਾਈਮ ਸੀ। ਫਿਰ ਉੱਥੋਂ ਨਿਕਲੇ, ਆਪਣਾ ਕੱਪੜੇ ਛਪੜੇ ਫਿਰ ਉੱਥੇ ਬਦਲੇ। ਠੰਡ ਮੈਂ ਨਾ ਉੱਥੇ ਖੀਰ ਹੀ ਹੋ ਗਈ। ਕੱਪੜੇ ਛਪੜੇ ਬਦਲੇ, ਫਿਰ ਨਵੇਂ ਸਿਰੇ ਫਿਰ ਅਸੀਂ ਤੁਰ ਪਏ ਆਪਣੇ ਸਫ਼ਰ ਨੂੰ। ਕੋਈ ਤੁਰੇ ਆ 2-2.5 ਘੰਟੇ ਤੁਰੇ ਆ। ਅੱਛਾ। ਫਿਰ 6 ਵਜੇ ਦਾ ਟਾਈਮ ਹੋ ਗਿਆ, ਮਤਲਬ ਲੋ ਲੱਗਣੀ ਸ਼ੁਰੂ ਹੋ ਗਈ ਸੀ, ਇੰਨਾ ਟਾਈਮ ਹੋ ਚੱਲਾ। ਤੇ ਅਸੀਂ ਲੋ ਲੱਗਣ ਲੱਗ ਪਈ। ਤੇ ਫਿਰ ਉਹ ਟਿੰਕਰ ਕਹਿੰਦਾ ਚਲੋ ਯਾਰ ਆਪਣਾ ਜਿਹੜਾ ਨਾ ਸਾਹ ਸੂ ਲੈਨੇ, ਰੈਸਟ ਕਰਨੇ, ਅੱਜ ਦਾ ਦਿਨ ਜਿਹੜਾ ਨਾ ਪੂਰਾ ਇੱਥੇ ਰੈਸਟ ਕਰਾਂਗੇ। ਤੇ ਅਗਲੀ ਰਾਤ ਜੂਨ ਰਾਤ ਸ਼ੁਰੂ ਹੋਏਗੀ, ਸਾਡਾ ਸਫ਼ਰ ਨਾਲ ਹੀ ਸ਼ੁਰੂ ਹੋ ਜਾਏਗਾ। ਸਾਰੀ ਰਾਤ ਦਾ ਸਫ਼ਰ ਹਾਂ ਕਰਾਂਗੇ, ਫਿਰ ਪਿੰਡ ਪਹੁੰਚਾਂਗੇ। ਲਓ ਜੀ ਅਸੀਂ ਉੱਥੇ ਬੈਠੇ, ਸੂਰਜ ਸਿਰ ਤੇ ਆ ਗਿਆ। ਕੱਢੇ ਇੱਕ ਖੁਬਸ ਤੁਹਾਨੂੰ ਪਤਾ ਹੈ ਖੁਬਸ ਹੁੰਦੇ ਨੇ ਖਮੀਰੀ ਰੋਟੀ ਦੇ, ਖਮੀਰੀ ਆਟਾ ਉਹਦੀ ਰੋਟੀ ਬਣਦੀ, ਉਹ ਮੋਟੀ ਫੁੱਲ ਜਾਂਦੀ, 2 ਹਿੱਸੇ ਹੋ ਜਾਂਦੇ, ਉਹ ਰੋਟੀ ਖੁਬਸ ਹੁੰਦੀ ਹੈ। ਉਹਦਾ ਟੇਸਟ ਯਾਰ ਬੜਾ ਅਜੀਬ ਹੈ, ਮੈਂ ਤਾਂ ਨਹੀਂ ਖਾਦਾ ਤੁਰਕੀ ਵਿੱਚ ਰਹਿ ਕੇ। ਨਹੀਂ ਬੜੀਆਂ ਖਾਧੀਆਂ ਸੀ, ਬੜੀ ਖਾਧੀ ਉੱਥੇ ਤੁਰਕੀ ਦੇ ਵਿੱਚ ਖਾਧੀਆਂ, ਲੇਕਿਨ ਜਿਹੜਾ ਨਾ ਜਦੋਂ ਗੇਮ ਦੇ ਵਿੱਚ ਬੰਦਾ ਪੈ ਜਾਏ ਉਦੋਂ ਨਹੀਂ ਖਾਧੀ ਜਾਂਦੀ, ਉਦੋਂ ਨਹੀਂ। ਫਿਰ ਉਹ ਸੋਮੀ ਖਾਧੀ ਜਾਂਦੀ ਹੈ, ਨਾ ਖੁਬਸ ਖਾਧਾ ਜਾਂਦਾ। ਸ਼ੁਕਰ ਹੈ ਰੱਬਾ ਛੇਤੀ ਉਹਨਾਂ ਤੋਂ ਬਚਾਇਆ ਸਾਨੂੰ। ਤੇ ਤੂੰ ਲੈ ਚੌੜੀ ਫਿਰ ਅਸੀਂ ਉਹ ਆਪਣਾ ਇੱਕ ਖੁਬਸ ਕੱਟਿਆ ਉੱਤੇ, ਉਹ ਭਾਈ
ਕੈਚਅਪ ਨਹੀਂ ਹੁੰਦੀ, ਕੈਚਅਪ ਤੇ ਮਾਇਓਨੀਜ਼ਾਂ ਕਿਸੇ ਨੇ ਗੰਡੇ ਰੱਖੇ, ਜ਼ਬਰਦਸਤ। ਮਾਇਓਨੀਜ਼ ਪਾਈ, ਕਿਸੇ ਨੇ ਉਹ ਨਿੱਕੀਆਂ ਸ਼ਹਿਦ ਦੀਆਂ ਡੱਬੀਆਂ ਹੋ ਗਈਆਂ, ਅੱਛਾ ਮਤਲਬ ਕਿ ਇਦਾਂ ਦੀਆਂ ਲੇਪਣ ਲੂਪਣ ਵਾਲਾ ਸਮਾਨ ਰੱਖਿਆ ਵਿੱਚ, ਹਾਂ ਉਹਦੇ ਉੱਤੇ ਲੇਪਿਆ ਬਸ ਖੁਬਸ ਦਾ ਜ਼ਾਇਕਾ ਚੇਂਜ ਹੋ ਜਾਏ, ਕਿਸੇ ਤਰੀਕੇ ਅੰਦਰ ਚਲਾ ਜਾਏ, ਅੰਦਰ ਲੰਘ ਜਾਵੇ। ਹਾਂ ਅਚਾਰ ਵੀ ਤੇ ਹੋਣਾ ਖਾ ਨਾਲ। ਕੇ ਚਾਰ ਚੂਰ, ਚਾਰ ਤੇ ਤੁਹਾਨੂੰ ਪਤਾ ਉੱਥੇ ਉਹ ਚਾਰ ਤੇ ਖਾਣ ਵਾਲਾ ਹੀ ਨਹੀਂ, ਅੱਛਾ ਗੋਭੀ ਦਾ ਚਾਰ, ਟਮਾਟਰ ਦਾ ਚਾਰ, ਮਿਰਚਾਂ ਦਾ ਚਾਰ, ਅਦਰਕ ਦਾ ਚਾਰ, ਤੇ ਸਾਰਾ ਸਿਰਕੇ ਹਰ ਵਾਲਾ ਸ਼ੈ ਅਚਾਰ, ਦਾ ਹੀ ਚਾਰ, ਸਿਰਕੇ ਵਾਲਾ ਅਚਾਰ, ਗੰਢਿਆਂ ਦਾ ਅਚਾਰ, ਮੂਲੀਆਂ ਦਾ ਆਲੂਆਂ ਦਾ ਚਾਰ। ਅਚਾਰ। ਉਹ ਮੈਂ ਨਾ ਇੰਨੇ चार जिंदगी च पहली बार ਵੇਖੇ, हर शहर जेरी जेरी सब्जी है ना सारी चार बने। पाकिस्तान में तो भाई चार या खाने दिल और नहीं जगह पे करते हैं, सरसों का तेल डालते हैं, तो यहाँ पे यूरोप में, अंबियां दा चार पै गया, यहाँ पे यूरोप में जितना भी इत्थे है नहीं वो ये अंबियां सारा वाला। मतलब कि यही होता है, इनके पास सिरका ये डालते हैं उसमें ना। तो यहाँ पे आपको मैंगो का अचार, जो आम का अचार है, वो नहीं मिलेगा इधर, वो किसी पाकिस्तानी शॉप से मिल सकता है। कोई भी लेकिन सब्जी है ना, नहीं किसे शिमला मिर्च दा चार, चार चार पै गए शिमला मिर्च दा चार, भिंडी तोरियां दा अचार, करेलियां दा अचार, वताऊं दा अचार, हर शहर दा चार, सब्जी दी आवाज़ ना लाओ, आलूआं दा अचार, मटरां दा अचार, टमाटरां दा अचार, अचार 5 6 7 बस सब। हर चार जेड़ा ना चार चार करके चांद चांद लाते ने। अच्छा ਲਓ ਜੀ ਉਹ ਸਭ ਚਾਰ ਚਾਰ ਤਾਂ ਹੁੰਦਾ ਨਹੀਂ, ਤੁਹਾਨੂੰ ਪਤਾ ਹੈ, ਤੁਸੀਂ ਬਕਾਇਦਾ ਖੁਦ ਆਏ ਹੋ, ਉਹ ਪਾ ਕੇ ਕੈਚਅਪ ਕੁਚਅਪ ਇੱਕ ਹਾਂ ਖਾਦਾ, ਆਸਰਾ ਕੀਤਾ ਤੇ ਉੱਥੇ ਲੰਮਿਆ ਪੈ ਗਏ। ਨਾਲਾ ਜਿਹਾ ਸੀ, ਨਾਲਾ ਜਿਹਾ ਬਣਿਆ ਸੀ ਤੇ ਵਿੱਚ ਗੰਦ ਤੇ ਪਿਆ ਸਾਰਾ ਨਿਜ਼ਾਮ ਸੀਗਾ ਉੱਥੇ, ਉੱਥੇ ਲੰਮਿਆ ਪੈ ਗਏ। ਲੇਕਿਨ ਉਹ ਤੋਂ ਜਾ ਨਹੀਂ ਨਾ ਸਕਦੇ ਕਿਉਂਕਿ ਪੈਲੀਆਂ ਨੇ ਉਧਰ, ਪੈਲੀਆਂ ਨੇ, ਪਹਾੜ ਕੋਈ नहीं ਹੈਗੇ जिधरों दी यही आए हाँ, ठीक है। लेकिन दूसरी साइड पे पहाड़ियां भी हैं। मैं चांदू भाई आपकी बात करता हूं वाली साइड पे कि जब जनाब तुर्की से निकलते हैं, इस्तांबुल से आप निकलते हैं, बिल्कुल यूनान तक कोई पहाड़ नहीं है। जब आप यूनान एंट्री मार लेनी है आपने, तो पहाड़ तब भी आपको नज़र नहीं आने। कुछ रास्ते हैं जिन पे पहाड़ होंगे, लेकिन ज़्यादातर वहाँ पे जिस तरह पाकिस्तान में मैदानी इलाका है, पैलियाँ हैं दोनों तरफ, तुर्की में भी पैलियाँ हैं बॉर्डर के पास, और ग्रीस में भी जो है ना वो खेती बाड़ी के लिए वो वहाँ पे खेत, जिम्मेदारी है सारी, खेत खलियान है, वहाँ पे सब्जियाँ लगी होती हैं, तरबूज खरबूज और इस तरह के मतलब की चीज़ें लगी होती हैं उनमें। तो जब बारिश आ जाती है तो फिर उनमें चलना बहुत ही मुश्किल होता है। तो वैसे सड़कों पे तो चल नहीं सकते, कंट्रोल का खदशा होता है। तो जी ठीक है, आप खेतों में चले गए वहाँ पे। लो जी हम खेतों में चले गए, तो उधर जो नाले में बैठे हुए थे, लेटे हुए थे, उधर एक दिन अपने हमने आराम किया। आराम करने के बाद हम निकले, आगे का सफर शुरू किया। रात पड़ गई ना, अच्छा रात हो गई, अच्छा। अगला सफर शुरू किया। अल्लाह दा नाम लैके जो ही निकले, अल्लाह दा ख्याल रखे। क्या बात है, ये निकले ही अच्छा सारा दिन उत्ते बह के, हाँ कोई अद्धा को घंटा तुरे आ, सानू नहीं पता चलिया किधरों पुलिसां आईयां, अच्छा जी, इधरों आईयां, उन्हें फड़ के दूरे गन्ना उन्हें सीधियां कर लियां ने, ते आंदे ही उन्हें लैटां मारियां साडे मूंहां ते। नेरे टाइम अस तुरना ही, नेरा पिया जू मगरों तो बाद, अच्छा जी, उन्हें लैटां मारियां, उन्हें बह जाओ थल्ले बह गए। ते आप सब उन्हें कहा जी बैग ला दो, बैग ला के सारे एक साइड ते धर दी, बैग ला के एक साइड ते धरे। वो मोटरसाइकिलों तो तीन लगियां ने निक्कियां निक्कियां वो रस्सियां जो खिच्चण वालियां, जो जिन्ना खिच्चना जाना वो टाइट हो जाना, उसके बाद तुसीं कट ही सकदे हो, बिल्कुल वो ਉਹ प्लास्टिक ਲੱਥ ਦੀ ਨਹੀਂ ਨਾ ਖੋਲਦੇ। ਉਹ ਸਾਡੇ ਉਹਨੇ ਇੰਜ ਬਾਹਾਂ ਪਿੱਛੇ ਕਰਕੇ ਨਾ ਸਾਡੇ ਹੱਥ ਕੜੀ ਟੈਪ ਉਹਨੇ ਲਾ ਕੇ ਨਾ, ਤੇ ਸਾਨੂੰ ਇੰਜ ਪੁੱਠਿਆਂ ਲੰਮਿਆਂ ਪਾ ਛੜਿਆ ਸੜਕ ਦੇ ਉੱਤੇ ਨਾ। अच्छा 8 ਜਣਿਆਂ ਨੂੰ 6 7 ਆਹੋ 8 ਹੀ ਜਣੇ ਆ, 2 ਟੈਂਕਰ ਤੇ ਬਾਕੀ 6 ਜਣੇ हाँ ਇੰਜ ਉਹਨੇ ਲੰਮਿਆਂ ਪਾ ਕੇ ਨਾ ਲੈਣ ਸਿਰ, अच्छा ਤੇ ਕੁੱਟਿਆ ਕਿ ਨਾ, ਠੁੱਡੇ ਮਾਰੇ ਉਹਨੇ, ਠੁੱਡੇ ਮਾਰੇ। ਉਹ ਜਿਹੜਾ ਹੁੰਦਾ ਸੀ ਨਾ ਗੱਡੀ 'ਚ ਉਤਰਦਾ ਉਹ ਠੁੱਡਾ ਕਰਾਉਂਦਾ ਸੀ, ਵੱਖੀ 'ਚ ਠੁੱਡੇ ਮੁੱਕੇ, ਉਦੋਂ ਸੋਟੀਆਂ ਫਾ ਲਿਆ, ਛਮਕਾਂ ਜਿਹੜੀਆਂ ਹੁੰਦੀਆਂ ਨੇ ਅਜੇ ਦਰਖਤਾਂ ਨਾਲ ਲੰਮਕੀਆਂ ਹੁੰਦੀਆਂ, ਦੋਰੀ ਕਰਕੇ ਮਾਰਦੇ ਆ। ਉਹ ਬਹੁਤ ਇੱਥੇ ਮੇਰਾ ਖਿਆਲ ਨਿਸ਼ਾਨ ਵੀ ਹੋਣਾ ਬਾਹਾਂ ਤੇ। अच्छा चलो बाद ਵੇਖ ਲਾਂਗੇ, ਤਾਂ ਬਾਅਦ ਵਿਖਾ ਦਿਆਂਗੇ। अच्छा ਤੇ ਆਪ ਸਾਹਿਬ ਆਪਣਾ ਜੇ ਰਹਿਣਾ ਉਹ ਨਿਜ਼ਾਮ ਕੀਤਾ, ਉਹਨਾਂ ਸਾਨੂੰ ਫੜ ਲਿਆ। ਫੜਨ ਤੋਂ ਬਾਅਦ ਉਹਨਾਂ ਸਾਨੂੰ ਪੁੱਛਿਆ ਕਿ ਯਾਰ ਤੁਹਾਡੇ ਨਾਲ ਦੇ ਦੂਜੇ ਬੰਦੇ ਕਿੱਥੇ, ਤੁਸੀਂ ਕਿਹਦੇ ਥਰੂ ਆਏ ਹੋ, ਕਿਵੇਂ ਆਏ ਹੋ, ਸਾਨੂੰ ਦੱਸੋ। ਹੁਣ ਤੁਸੀਂ ਕਹੋਗੇ ਉਹ ਪੁੱਛਦੇ ਕਿਵੇਂ, ਇੰਗਲਿਸ਼ 'ਚ ਪੁੱਛਦੇ ਹਾਂ, ਸਮਝ ਲੱਗ ਜਾਂਦੀ ਸੀ, ਕਈਆਂ ਵਿੱਚੋਂ ਇੰਗਲਿਸ਼ ਵੀ ਹੁੰਦੀ ਸੀ। ਤੇ ਉਹ ਲੇਕਿਨ ਉਹਨੀ ਜਿਹੜੇ ਜਦੋਂ ਬੰਦਾ ਵਾਹ ਪਿਆ ਹੋਇਆ ਨਾ, ਤਾਂ ਫਿਰ ਸਮਝ ਲੱਗ ਹੀ ਜਾਂਦੀ ਕਹਿੰਦਾ ਕੀ ਤੇ ਕਿਹੜਾ ਕੀ ਕਹਿੰਦਾ। ਤੇ ਲੋ ਜੀ ਉਨੀ ਚਿਰ 'ਚ ਉਹਨੇ ਸਾਨੂੰ ਫੜਿਆ, ਲੈ ਕੇ ਸਾਨੂੰ ਚੌਂਕੀ ਦੇ ਵਿੱਚ, ਫੈਰਸ ਚੌਂਕੀ 'ਚ। ਉਹ ਚੌਂਕੀ ਕਿੱਡੀ ਕੁ, ਇੱਕ ਕਮਰਾ ਹੀ ਹੈ, ਤੂੰ ਆ ਵੇਖੀ, ਉਹ ਇੱਕ ਕਮਰਾ ਟੈਪ ਹੈ, ਉਹਦੇ ਅੰਦਰ ਹੀ ਉਹਨਾਂ ਗੱਦੇ ਗੰਦੇ ਜਿਹੇ ਪਾਏ ਨੇ, ਉੱਥੇ ਵਾਸ਼ਰੂਮ, ਉੱਥੇ ਪਾਣੀਆਂ 'ਚ ਸਾਰਾ ਜਾ ਰਿਹਾ, ਉੱਥੇ ਗੰਦ ਜਿਹਾ। ਉਸ ਵੇਲੇ ਤੇ ਗੱਦੇ ਸੀ, ਪਰ ਜਿਸ ਅਸੀਂ ਗਏ ਆ ਉੱਥੇ ਕੋਈ ਗੱਦੇ ਨਹੀਂ ਸੀ ਥੱਲੇ। ਲੇਕਿਨ ਉਹ ਗੱਦੇ ਨਾ ਦੇ ਹਨ, ਚਾਦਰ ਵਰਗੇ ਇੰਜ ਪਾਈਆਂ ਨੇ ਆਪਣਾ, ਇੱਕ ਆ ਨਹੀਂ ਕਿ ਹਰ ਬੰਦੇ ਥੱਲੇ ਗੱਦਾ ਹੈ, ਨਹੀਂ ਸਾਰੇ ਇੰਜ ਬੈਠੇ ਨੇ, ਪੁੱਟੀ ਚੱਲਦੀ ਪਈ। ਤੇ ਆ ਵੇਖੋ ਨਾਲ ਔਰਤਾਂ ਵੀ ਨੇ ਜਿਹੜੀਆਂ ਡੈਂਕੀ ਦੇ ਵਿੱਚ ਆਈਆਂ, ਉਹ ਵੀ ਇੱਕ ਸਾਈਡ ਤੇ ਬੈਠੀਆਂ ਨੁੱਕਰ 'ਚ, ਤੇ ਇੱਕ ਇੱਧਰ ਸਾਰੇ ਪਾਕਿਸਤਾਨੀ ਨੇ, ਮੈਂ ਸਾਹਮਣੇ ਇਕੱਠੇ ਹੀ ਆ। ਉੱਥੇ ਔਰਤਾਂ ਬੱਚੇ ਵੱਡੇ ਨਿੱਕੇ ਸਾਰੇ ਉਹਨਾਂ ਇੱਕ ਕਮਰੇ ਦੇ ਵਿੱਚ ਡੱਕੇ, ਤੇ ਆਪਣਾ ਅੱਲਾ ਦੀ ਸਬੂਤ।
ਜੂਨ ਰਾਤ ਦੇ ਵਜੇ ਨੇ ਨਾ, ਅਸੀਂ ਮਗਰੇ ਤੋਂ ਬਾਅਦ ਫੜੇ ਗਏ ਆ ਤੇ ਰਾਤੀ 1 ਵਜੇ ਉਹਨਾਂ ਸਾਨੂੰ ਨਹਿਰ ਪਾਰ ਕਰਾਈਏ ਵਾਪਸ ਇਸਤਾਂਬੁਲ ਉਹਨਾਂ ਸੁੱਟਿਆ, ਤੁਰਕੀ ਦੇ ਵਿੱਚ ਦਾਖਲ ਕੀਤਾ। ਜਿਉਂ ਅਸੀਂ ਉਧਰ ਹੋਏ ਆ ਉਹ ਸਾਨੂੰ ਉਲਟਿਆਂ ਫੜ ਲਿਆ, ਤੁਰਕੀ ਵਾਲਿਆਂ ਫੜ ਲਿਆ। ਅੱਛਾ, ਉਹ ਜਿਉਂ ਤੁਰਕੀ ਵਾਲੇ ਫੌਜੀ ਨੇ ਫੜਿਆ, ਉਹਨੇ ਸਾਨੂੰ ਫੜਿਆ 8 ਜਣੇ ਹਾਂ ਉਹ, ਲੇਕਿਨ ਪਾਰ ਜਦੋਂ ਕਰਾਉਂਦੇ ਨੇ ਨਾ 100 ਬੰਦੇ ਨੂੰ 50 ਬੰਦੇ ਨੂੰ 40 ਬੰਦੇ ਇੰਜ ਕਰਕੇ ਉਹਨਾਂ ਨੂੰ ਸੁੱਟਦੇ ਨੇ, ਜਿੰਨੇ ਇਕੱਠੇ ਹੋ ਜਾਣ ਨਾ ਇੱਕ ਰਾਤ 'ਚ ਉਹ ਫਿਰ ਪਾਰ ਕਰਾਉਂਦੇ। ਆ ਨਹੀਂ ਕਿ ਤੁਸੀਂ 4 ਫੜੇ ਕੋ ਚੌਵਾਂ ਨੂੰ ਫੜ ਕੇ ਪਿਆ, ਬਿਲਕੁਲ ਫੇਰਾ ਬਣਾਉਣਾ ਉਹਨਾਂ, ਫੇਰਾ ਇੱਕ ਬਣਾ ਕੇ ਬੰਦ ਗੱਡੀ ਦਾ ਉਹਨਾਂ ਨਹਿਰ ਤੇ ਲਿਆ ਕੇ ਪਰਲੇ ਪਾਸੇ ਸੁੱਟਣਾ ਆਪਣੀ ਕਸ਼ਤੀ ਦੇ। ਉਹ ਗੱਡੀ ਕਿਸ ਤਰ੍ਹਾਂ ਦੀ ਹੁੰਦੀ ਹੈ ਜਿੰਦੇ ਵਿੱਚ ਫੌਜੀ ਵਾਪਸ ਲੈ ਕੇ ਆਉਂਦੇ ਨੇ, ਜਿਸ ਤਰ੍ਹਾਂ ਇੰਡੀਆ ਵਾਲੇ ਟਰੱਕ ਕਸ਼ਮੀਰ ਦੇ ਵਿੱਚ ਤੁਸੀਂ ਵੇਖਦੇ ਹੋ ਟੀਵੀ ਤੋਂ ਫਿਰਦੇ ਹੁੰਦੇ ਨੇ, ਉੱਚੇ ਟਰੱਕ ਹੁੰਦੇ ਨੇ, ਪੌੜੀ ਲਾ ਕੇ ਨੂੰ ਚੜ੍ਹਨਾ ਪੈਂਦਾ, ਉਸ ਤਰ੍ਹਾਂ ਦੇ ਹੁੰਦੇ ਨੇ। ਓਏ ਤੇ ਬੜਾ ਕੰਟੇਨਰ ਟਾਈਪ ਜਿਹਾ ਹੁੰਦਾ, ਬੜਾ ਭਿਆਨਕ ਸਫ਼ਰ ਹੁੰਦਾ ਉਹਨਾਂ ਦੇ ਵਿੱਚ ਵੀ। ਬੱਚੇ ਜਿੰਨਾ ਬੱਚੇ ਔਰਤਾਂ ਤੇ ਸਾਰਿਆਂ ਨੂੰ ਇੱਕ ਹੀ ਟਰੱਕ ਦੇ ਵਿੱਚ, ਟਰੱਕ ਹਨੇਰਾ ਹੁੰਦਾ ਬੰਦ, ਹਰ ਸ਼ੈ ਔਰਤਾਂ ਬੱਚੇ ਵੱਡੇ ਮੁੰਡੇ ਭਾਈਏ ਬਾਬੇ ਹਰ ਸ਼ੈ ਵਿੱਚ ਹੀ ਉਹਨਾਂ ਤੇ ਬਸ ਇੰਜ ਖਲੋਣਾ ਹੀ ਹੈ ਤੁਹਾਂ ਉਸ ਟਰੱਕ ਦੇ ਵਿੱਚ, ਇੰਜ ਖਲੋਣਾ ਹੀ ਬਿਲਕੁਲ, ਤੁਸੀਂ ਹਿੱਲ ਵੀ ਨਹੀਂ ਸਕਦੇ। ਤੇ ਉਹ ਸਫ਼ਰ ਕਰਾਉਂਦੇ ਅੱਧੇ ਘੰਟੇ ਦਾ ਹੁੰਦਾ, ਨਹਿਰ ਤੱਕ ਆਉਂਦੇ ਆ ਅੱਧੇ ਘੰਟੇ 20-25 ਮਿੰਟਾਂ ਦਾ ਇੰਨਾ ਸਫ਼ਰ ਹੁੰਦਾ ਜਿਹੜਾ ਫੈਰਸ ਚੌਂਕੀ ਤੋਂ ਨਹਿਰ ਤੇ। ਤੁਰਕੀ ਉਹਨੇ ਆਪਕੋ ਇਧਰ ਫੈਂਕਾ, ਵਹਾਂ ਸੇ ਇੱਧਰ ਸੁੱਟਿਆ, ਉਦੋਂ ਤੁਰਕ ਵਾਲਿਆਂ ਫੌਜੀਆਂ ਫੜ ਲਿਆ। ਸਹੀ ਹੋ ਗਿਆ, ਉਹਨਾਂ ਫਿਰ ਫੜਿਆ, ਉਹਨਾਂ ਕਿਹਾ ਚਲੋ ਲੱਗੋ ਅੱਗੇ, ਤੁਰੇ ਲੈਣ ਬਣਾ ਲਈ ਉਹਨਾਂ ਸਾਨੂੰ। ਅਸੀਂ 8 ਜਣੇ ਕਿਉਂਕਿ ਉਹ ਜੂਨ ਨਹਿਰੋਂ ਪਾਰ ਸੁੱਟੇ ਜਾਂਦੇ, ਵਾਮ ਆਪਣੇ ਆਪਣੇ ਗਰੁੱਪ ਬਣਾ ਕੇ ਵਾਪਸ ਇਸਤਾਂਬੁਲ ਨੂੰ ਜਾਣ ਦੀ ਕੋਸ਼ਿਸ਼ ਕਰਦੀ, ਕਿਉਂਕਿ ਨਾ ਪੈਸੇ ਹੁੰਦੇ ਨੇ, ਨਾ ਬੈਗ ਹੁੰਦੇ ਨੇ, ਨਾ ਮੋਬਾਈਲ ਹੁੰਦੇ ਨੇ, ਉਹ ਹਰ ਸ਼ੈ ਖੋ ਲੈਂਦੇ ਨੇ, कोई शय नहीं देंगे यार। ग्रीस वाले जब भी पकड़ते हैं मेरे भाई जो तस्में भी कर लेते पैसे ले लेते हैं। ये जो आपने हुडीज पहनी होती है ना, ये वाली जो है, इनके अंदर ये जो तस्मा लगा होता है, इसके साथ तो खैर कोई नहीं, ये भी निकाल लेते हैं, बेल्ट निकाल लेते हैं, और ये जो बूट होते हैं इनके तस्मे काट देते हैं ताकि ये दोबारा कोशिश ना करे वापस ना। और उसके अलावा मोबाइल सेलफोन लेके तोड़ के वो नहर में फेंक देते हैं। और अगर कोई बंदा कहता है कि मैंने जनाब बैगों का काम करना है, ये जो बैग होते हैं वो ग्रीस में आ जाए, वहाँ की नेशनैलिटी ले ले, वहाँ पे उसको फेरस चौकी पे आ जाए, इतने बैग फ्री में मिलेंगे कि वो ट्रक भर के वहाँ पे लेके जा सकता है रिफ्यूजियों के बैग। वहाँ पे जो ग्रीस वाले पकड़ के फेंकते हैं वो वाले उनके पास पड़े होते हैं। उसके अलावा जो ग्रीस की नहर है वहाँ में इतने मोबाइल हैं, उसमें इतने मोबाइल हैं, अगर कोई बंदा कहता है कि फ्री के मोबाइल मुझे चाहिए स्पेयर पार्ट के लिए, ग्रीस की नहर का ठेका ले ले बाल सफाई करने का, उसमें कितने मछलियों से ज्यादा उसमें मोबाइल पड़े हुए हैं। ਉਹ ਫੜ ਕੇ ਜਿਹਦੇ ਕੋ ਮੋਬਾਈਲ ਨਿਕਲਦਾ ਨਹਿਰ 'ਚ ਸੁੱਟਦੇ ਨੇ, ਉਹ ਨਹੀਂ ਵਾਪਸ ਨਹੀਂ ਦਿੰਦੇ। ਕਈ ਹੈ ਨੇ मतलब कि कुछ लोग ऐसे हैं, कुछ फौजी ऐसे हैं जो नहर के पार आकर दे देते हैं, ऊपर फेंक देते हैं। बिल्कुल ऐसे शापर में जितने जिसके हाथ आ जाए वो ले जाता है। ये नहीं कि मेरा दो मेरा फलाना नहीं। वहाँ पे उसने शापर फेंकना है, जिसके हाथ आ गया, जिसकी लाठी उसकी भैंस, सेम यही काम है। जिसके हाथ आ गया वो सारे मोबाइल आ गया, होता भाई सारे एक दे हाथ आ गए। हाँ जी, वो तो कोई चक्कर चकार नहीं। तो ठीक है मेरा ख्याल चंदू भाई, अब हमें जो है ना वो इंशाल्लाह नेक्स्ट पार्ट में फिर मिलेंगे, फिर करेंगे कि आपको आर्मी ने पकड़ के क्या आपके साथ किया, और फिर आपने दोबारा ट्रायल गई, फिर आपके साथ क्या हुआ, फिर लाई गई। तो इंशाल्लाह ठीक है, बहुत शुक्रिया व्यूअर्स आपका, आपने टाइम दिया और वीडियोस को देखा। तो जो भाई नया देख रहे हैं प्लीज आपने चैनल को सब्सक्राइब करना है, ताकि लाइक करें, शेयर करें और सब्सक्राइब करें, ताकि चांदू की हर नई आने वाली वीडियो आप तक बर वक्त पहुंच सके। तब तक हमें दीजिए इजाजत, अल्लाह हाफिज।